सत श्री अकाल। खबर खास 'ਚ ਤੁਹਾਡਾ ਸਵਾਗਤ ਹੈ। मैं हाँ ਤੁਹਾਡੇ ਨਾਲ ਬਲਵਿੰਦਰ ਸਿੰਘ। ਕੇਂਦਰ ਸਰਕਾਰ ਨੇ ਮੁਲਕ ਦੇ ਹਰ ਧਾਰਮਿਕ ਅਦਾਰੇ ਵਿੱਚ ਵਰਤਾਏ ਜਾਂਦੇ ਲੰਗਰ ਜਾਂ ਕਹਿ ਲਓ ਭੰਡਾਰੇ ਤੇ GST ਮਾਫ ਕਰਨ ਦਾ ਐਲਾਨ ਕੀਤਾ। ਤਾਂ ਜਿੱਥੇ ਆਮ ਜਨਤਾ 'ਚ ਖੁਸ਼ੀ ਸੀ ਤਾਂ ਦੂਜੇ ਪਾਸੇ ਇਸ ਮਾਮਲੇ ਤੇ ਸਵਾਲ ਵੀ ਚੁੱਕੇ ਜਾਣ ਲੱਗੇ। ਸਿਆਸਤ ਤੋਂ ਪ੍ਰੇਰਿਤ ਇਹ ਸਵਾਲ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਗਏ। ਇਸੇ ਤੇ ਆਧਾਰਿਤ ਹੈ ਸਾਡੀ ਅੱਜ ਦੀ ਖਾਸ ਪੇਸ਼ਕਸ਼ ਰਾਹਤ ਤੇ ਸਿਆਸਤ। ਲੰਗਰ ਨੂੰ GST ਮੁਕਤ ਕਰਾਉਣ ਦੀ ਮੁਹਿੰਮ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ, ਜਿਨ੍ਹਾਂ ਨੇ ਹਰ ਪੱਧਰ ਤੇ ਇਸ ਮੁੱਦੇ ਨੂੰ ਚੁੱਕਿਆ। ਤੇ ਜਦੋਂ ਉਹਨਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਤਾਂ ਸਿਆਸੀ ਗਲਿਆਰਿਆਂ ਚੋਂ ਕੁਝ ਅਜਿਹੇ ਸਵਾਲ ਚੁੱਕੇ ਗਏ ਜੋ ਸਾਫ਼ ਤੌਰ ਤੇ ਸਿਆਸਤ ਤੋਂ ਪ੍ਰੇਰਿਤ ਸਨ। ਅਜਿਹੇ 'ਚ ਹਰਸਿਮਰਤ ਬਾਦਲ ਨੇ ਪਲਟਵਾਰ ਕਰਦੇ ਹੋਏ ਖੁਦ ਹਰ ਸਵਾਲ ਤੇ ਜਵਾਬ ਦਿੱਤੇ ਨੇ। ਸਵਾਲ ਤਾਂ ਉਹ ਚੁੱਕਦੇ ਹੋਣਗੇ ਨਾ ਜਿਹੜਾ ਇਸ GST ਨੂੰ ਮਾਫ ਕਰਾਉਣ 'ਚ ਟੋਟਲੀ ਫੇਲ ਹੋ ਗਏ ਸੀਗੇ, ਜਿਨ੍ਹਾਂ ਦੀ ਸਾਲ ਭਰ ਤੋਂ ਡਿਊਟੀ ਬਣਦੀ ਸੀ ਕਿ GST ਕਾਉਂਸਲ 'ਚ ਇਸ ਮੁੱਦੇ ਨੂੰ ਚੱਕਣ, ਸਹਿਮਤੀ ਬਣਵਾਉਣ ਤੇ GST ਕਾਉਂਸਲ ਤੋਂ ਲੰਗਰ ਦੇ ਉੱਤੇ GST ਨੂੰ ਮਾਫ ਕਰਾਇਆ ਜਾਏ। ਹੁਣ ਜਿਹੜੇ ਖੁਦ ਹੀ ਫੇਲ ਹੋ ਗਏ, ਟੋਟਲੀ ਫੇਲ ਹੋ ਕੇ ਐਕਸਪੋਜ਼ ਹੋ ਗਏ ਕਿ ਸਵਾ ਸਾਲ 'ਚ ਕੱਖ ਨਹੀਂ ਕੀਤਾ, ਇੱਕ ਚਿੱਠੀ ਨਹੀਂ ਲਿਖੀ, ਇੱਕ ਪੱਤਰ ਨਹੀਂ ਲਿਖਾ, ਇੱਕ ਕੰਸੈਂਸਸ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਹੜਾ ਵੈਟ ਐਲਾਨ ਕੀਤਾ ਸੀ ਉਹ ਵੀ ਅੱਜ ਤਾਈਂ ਵਾਪਸ ਨਹੀਂ ਕੀਤਾ। ਅੱਜ ਉਹ ਲੋਕੀ ਸਵਾਲ ਚੁੱਕ ਰਹੇ ਨੇ ਕਿਉਂਕਿ ਉਹਨਾਂ ਦੀ ਹਕੀਕਤ ਲੋਕਾਂ ਦੇ ਸਾਹਮਣੇ ਆ ਗਈ ਹੈ। ਹਾਂ, ਇਹ ਬਿਲਕੁਲ ਸਹੀ ਹੈ ਕਿ ਇੱਕ ਨਵੀਂ ਯੋਜਨਾ ਬਣਾਈ ਗਈ ਹੈ। ਯੋਜਨਾ ਬਣਾਉਣ ਦੀ ਲੋੜ ਇਸ ਕਰਕੇ ਪਈ ਕਿਉਂਕਿ ਜਿਹੜਾ ਕੰਮ GST ਕਾਉਂਸਲ ਦੇ ਮੈਂਬਰਾਂ ਨੇ ਕਰਨਾ ਸੀ, ਉਸ ਕਾਉਂਸਲ ਦਾ ਮੈਂਬਰ ਮੈਂ ਨਹੀਂ ਸੀ, ਨਾ ਹੀ ਮੇਰੇ ਪ੍ਰਧਾਨ ਮੰਤਰੀ ਸੀਗੇ। ਜਿਹੜੇ ਮੇਰੇ ਕੇਂਦਰ ਦੇ ਵਿੱਤ ਮੰਤਰੀ ਸੀਗੇ, ਉਹਨਾਂ ਦੇ ਕਿਡਨੀ ਦੀ ਟ੍ਰਾਂਸਪਲਾਂਟ ਦੇ ਕਾਰਨ ਉਹ 3-4 ਮਹੀਨੇ 6 ਮਹੀਨੇ ਵਾਸਤੇ ਉਸ ਕਾਉਂਸਲ 'ਚ ਨਹੀਂ ਜਾ ਸਕਦੇ। ਤੇ ਜਦ ਸਾਡੇ ਕੋਲ ਤਰੀਕਾ ਕੀ ਸੀਗਾ, ਕਿਉਂਕਿ ਇਹ ਕਰਨਾ ਜ਼ਰੂਰੀ ਸੀਗਾ, ਜਿਹਦੇ ਕਰਕੇ ਅਸੀਂ ਆਲਟਰਨੇਟਿਵ ਇੱਕ ਮੀਨਸ ਲੈ ਕੇ ਆਏ ਨੇ। ਸਾਨੂੰ ਮਕਸਦ ਤੇ ਮਿਸ਼ਨ ਕੀ ਸੀ ਕਿ ਲੰਗਰ ਦੇ ਉੱਤੇ ਕੋਈ ਟੈਕਸ ਨਾ ਲੱਗੇ। ਸੇਵਾ ਭੋਜ ਯੋਜਨਾ ਦੇ ਨਾਤੇ ਜਿੰਨਾ ਟੈਕਸ ਕੇਂਦਰ ਦੀ ਸਰਕਾਰ ਲੈਂਦੀ ਸੀ, ਇਤਿਹਾਸ 'ਚ ਪਹਿਲੀ ਵਾਰੀ ਉਹ ਟੈਕਸ ਮੋਦੀ ਸਾਹਿਬ ਦੀ ਸਰਕਾਰ ਗੁਰਦੁਆਰਾ ਹੋਏ, ਮੰਦਿਰ ਹੋਏ, ਮਸਜਿਦ ਹੋਏ, ਚਰਚ ਹੋਏ ਜਾਂ ਕੋਈ ਵੀ ਧਰਮ ਹੋਏ ਜਿਹੜਾ ਮੁਫਤ ਲੰਗਰ ਵੰਡਣ ਦਾ ਕੰਮ ਕਰਦੇ ਨੇ ਪਿਛਲੇ 5 ਸਾਲਾਂ ਤੋਂ, ਉਹਨਾਂ ਸਾਰਿਆਂ ਨੂੰ ਸੈਂਟਰ ਦਾ ਟੈਕਸ ਵਾਪਸ ਕੀਤਾ ਜਾਊਗਾ, ਜਿਹੜੇ ਆਜ਼ਾਦੀ ਦੇ ਬਾਅਦ ਅੱਜ ਤਾਈਂ ਕਿਸੇ ਸਰਕਾਰ ਨੇ ਨਹੀਂ ਕੀਤਾ। ਦਾਨ ਕਿਵੇਂ ਦਿੱਤਾ ਜਾ ਰਿਹਾ ਹੈਗਾ? ਅੱਜ ਤੋਂ ਪਹਿਲੇ ਤਾਂ ਟੈਕਸ ਲੱਗਦਾ ਰਿਹਾ ਹੈਗਾ, ਉਹ ਗੱਲ ਕਿਉਂ ਨਹੀਂ ਕਰ ਰਹੀ ਹੈਗੀ? ਅੱਜ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਕਲੀਅਰ ਕਰਨਾ ਚਾਹੁੰਦੀ ਹਾਂ, ਸੈਂਟਰ ਦਾ ਟੈਕਸ ਤੇ ਸਟੇਟ ਦਾ ਟੈਕਸ ਦੋ ਹਿੱਸੇ ਇਤਿਹਾਸ 'ਚ GST ਤੋਂ ਪਹਿਲੇ ਇੰਨੇ ਸੈਂਕੜੋਂ ਸਾਲ ਤੋਂ ਚੱਲਦੇ ਆਏ ਨੇ। ਜਿਹੜਾ ਸੈਂਟਰ ਦਾ ਟੈਕਸ ਸੀਗਾ ਉਹ MRP ਮੈਕਸਿਮਮ ਰਿਟੇਲ ਪ੍ਰਾਈਸ ਜਿਹੜੀ ਛਪੀ ਹੁੰਦੀ ਸੀ, ਉਹਦੇ ਉੱਤੇ ਮੈਨੂਫੈਕਚਰਿੰਗ ਟੈਕਸ ਇਨਕਲੂਡ ਕਰਕੇ ਉਹ MRP ਆਉਂਦੀ ਸੀਗੀ। ਉਹਦੇ ਉੱਤੇ ਤੁਹਾਨੂੰ ਵੈਟ ਜਿਹੜਾ ਸਟੇਟ ਦਾ ਟੈਕਸ ਹੈ ਉਹ ਸਟੇਟ ਦਾ ਟੈਕਸ ਲੱਗਦਾ ਸੀਗਾ। ਬਾਦਲ ਸਾਹਿਬ ਨੇ ਪੰਜਾਬ 'ਚ ਗੁਰਦੁਆਰਿਆਂ ਨੂੰ ਤੇ ਦੁਰਗਿਆਨਾ ਮੰਦਿਰ ਨੂੰ, ਇਹਨਾਂ ਨੂੰ ਸਾਰਿਆਂ ਨੂੰ ਵੈਟ ਮਾਫ ਕਰਤਾ ਸੀਗਾ, ਲੇਕਿਨ ਜਿਹੜੀ MRP ਸੀਗੀ ਜਿਹਦੇ ਵਿੱਚ ਮੈਨੂਫੈਕਚਰਿੰਗ ਦੇ ਉੱਤੇ ਸਾਰਾ ਸੈਂਟਰ ਦੇ ਟੈਕਸ ਸੀ, ਉਹ ਤਾਂ ਸਾਰਾ ਪਹਿਲੇ ਵੀ ਇਨਕਲੂਡਡ ਸੀਗਾ, ਇੰਨੇ ਸਾਲਾਂ ਤੋਂ ਉਹ ਆ ਹੀ ਰਿਹਾ ਸੀਗਾ। ਕਾਂਗਰਸੀਆਂ ਨੇ ਇੰਨੀ ਚਾਲ ਚਲੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਤਾਂ ਕੌਣ ਇਹ ਸਿਰਦਰਦੀ ਚੱਕੂਗਾ, ਛੱਡੋ ਪਰੇ, ਇਹਨਾਂ ਨੂੰ ਕਹਿ ਦਿਓ ਵੀ ਤੁਹਾਡੀ ਭਾਈਵਾਲ ਸਰਕਾਰ ਹੈ, ਤੁਸੀਂ ਕਰਾ ਕੇ ਦਿਖਾ ਦਿਓ, ਕਿਉਂਕਿ ਜਿਹੜਾ 70 ਸਾਲ 'ਚ ਹੋਇਆ ਨਹੀਂ ਸੀ ਉਹ ਕਿੱਥੇ ਹੋ ਜਾਣਾ ਸੀ। ਲੇਕਿਨ ਮੈਂ ਧੰਨਵਾਦ ਕਰਦੀ ਹਾਂ ਮੋਦੀ ਸਾਹਿਬ ਦਾ, ਇਤਿਹਾਸ 'ਚ ਪਹਿਲੀ ਵਾਰੀ ਜਿਹੜਾ MRP ਵਾਲਾ ਹਿੱਸਾ ਸੈਂਟਰ ਦਾ ਹੁੰਦਾ ਸੀ, ਹੁਣ ਟੈਕਸ ਸਾਰਾ ਇੱਕ ਹੋ ਗਿਆ, ਸਟੇਟ ਦਾ GST ਤਾਂ ਸੈਂਟਰ ਦਾ GST, ਜਿਹੜਾ ਅੱਜ ਤੋਂ ਪਹਿਲੇ MRP ਦੇ ਰਾਹੀਂ ਸੈਂਟਰ ਨੂੰ ਜਾਂਦਾ ਸੀ, ਹੁਣ ਇਸ ਯੋਜਨਾ ਤੋਂ ਬਾਅਦ ਮੋਦੀ ਸਾਹਿਬ ਦੀ ਦੇਣ ਕਿ ਅੱਜ ਤੋਂ ਬਾਅਦ ਇਹ ਕਦੇ ਸੈਂਟਰ ਨੂੰ ਨਹੀਂ ਜਾਊਗਾ। ਇਹ ਪਹਿਲੀ ਵਾਰੀ ਇਹ ਸ਼ੁਰੂਆਤ ਹੈਗੀ ਤੇ ਇਹ ਵਿਰੋਧੀਆਂ ਨੂੰ ਪਚ ਨਹੀਂ ਰਿਹਾ ਹੈ। ਬਿਲਕੁਲ ਗਲਤ ਇਹ ਹਮੇਸ਼ਾ ਵਾਸਤੇ ਹੋਇਆ ਹੈਗਾ ਕਿਉਂਕਿ ਇਹ 2 ਸਾਲ ਦੀ ਸਰਕਾਰ ਹੈਗੀ, 2 ਸਾਲ ਦਾ ਬਜਟ, ਲੇਕਿਨ ਇਸ ਤੋਂ ਵੀ ਵੱਧ ਗੱਲ ਆ ਹੈਗੀ ਕਿ ਜਿਹੜੇ ਇਹ ਫੈਸਲੇ ਹੁੰਦੇ ਨੇ ਯੋਜਨਾਵਾਂ ਦੇ, ਇਹ ਜਿਹੜੀ ਕਮੇਟੀ ਬੈਠਦੀ ਹੈਗੀ ਕਿ ਕਿੰਨੀ ਦੇਰ ਦੀ ਇਹ ਫੈਸਲਾ ਲਿੱਤਾ ਜਾਂਦਾ ਹੈ, ਇਹ ਵਿੱਤ ਮੰਤਰੀ ਦੇ ਅੰਡਰ ਇਹ ਕਮੇਟੀ ਬੈਠਦੀ ਹੈਗੀ ਕਿਉਂਕਿ ਵਿੱਤ ਮੰਤਰੀ ਸਾਹਿਬ ਅੱਜ ਕੱਲ੍ਹ ਜਿਵੇਂ ਮੈਂ ਦੱਸਿਆ ਕਿ ਉਹ ਨਹੀਂ ਆ ਸਕ ਰਹੇ ਨੇ ਆਪਣੀ ਬਿਮਾਰੀ ਕਰਕੇ, ਉਹਨਾਂ ਦੀ ਜਗ੍ਹਾ ਜਿਹੜੇ ਵਿੱਤ ਮੰਤਰੀ ਬੈਠਦੇ ਨੇ ਉਹ ਸਿਰਫ ਸਾਲ 2 ਸਾਲ ਦਾ ਫੈਸਲਾ ਲੈ ਸਕਦੇ। ਜਿਸ ਦਿਨ ਅਰੁਣ ਜੀ ਆਉਣਗੇ ਉਸ ਦਿਨ
ਇਹ ਜਿੰਨੀ ਦੇਰ ਤਾਈਂ ਇਹ ਪੂਰਾ ਹੋ ਜਾਓ। ਲੇਕਿਨ ਹੁਣ ਵੀ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਦਿਨ ਇਹ ਪੈਸੇ 90% ਐਗਜ਼ੌਸਟ ਹੋ ਜਾਂਦੇ ਉਸ ਦਿਨ ਹੀ ਇਹਨੂੰ ਰਿਪਲੇਨਿਸ਼ ਕੀਤਾ ਜਾਊਗਾ। ਸੋ ਇਹ ਵਿਰੋਧੀਆਂ ਖਾਲ ਖਿੱਚ ਕੇ ਆਪਣੀ ਪੂਰੀ ਕੋਸ਼ਿਸ਼ 'ਚ ਲੱਗੇ ਹੋਏ ਨੇ ਕਿ ਅਸੀਂ ਕਿਹੜੀ ਪਹਿਲੇ ਨਾਂ ਦੇ ਬਾਰੇ ਕਰ ਲੈਣ, ਫਿਰ ਰਿਫੰਡ ਦੀ ਜਗ੍ਹਾ ਇਹਨੂੰ ਦਾਨ ਕਹਿ ਦੇਣ, ਫਿਰ 2 ਸਾਲ ਕਹਿੰਦੇ, ਮਤਲਬ ਜੋ ਮਰਜ਼ੀ ਕੋਸ਼ਿਸ਼ ਕਰ। ਹਕੀਕਤ ਤਾਂ ਆ ਹੈਗੀ ਕਿ ਲੰਗਰ ਦੇ ਉੱਤੇ, ਭੰਡਾਰੇ ਦੇ ਉੱਤੇ ਜੋ ਮਰਜ਼ੀ, ਅੱਜ ਤਾਈਂ ਸਾਰੀ ਸਰਕਾਰਾਂ ਟੈਕਸ ਲੈਂਦੀਆਂ ਸੀਗੀਆਂ। ਮੋਦੀ ਸਾਹਿਬ ਦੀ ਸਰਕਾਰ ਹੈ ਜਿਹੜਾ ਅੱਜ ਤੋਂ ਬਾਅਦ ਕਦੇ ਵੀ ਟੈਕਸ ਨਹੀਂ ਲਗਾਉਗੀ ਤੇ ਤੁਹਾਨੂੰ ਇੱਕ ਸਕੀਮ ਦੇ ਰਾਹੀਂ ਜਿੰਨਾ ਟੈਕਸ ਲੱਗਦਾ ਹੈ ਉਹ ਕੇਂਦਰ ਦੇ ਖਜ਼ਾਨੇ ਤੋਂ ਤੁਹਾਨੂੰ ਵਾਪਸ ਕੀਤਾ ਜਾਊਗਾ। ਤੇ ਜਿਹੜਾ ਵੈਟ ਕੈਪਟਨ ਸਾਹਿਬ ਨੇ ਪੰਜਾਬ 'ਚ ਮਾਫ ਕੱਲੇ ਦਰਬਾਰ ਸਾਹਿਬ ਨੂੰ ਕੀਤਾ ਸੀ ਤੇ ਐਲਾਨ ਕਰਨ ਤੋਂ ਬਾਅਦ ਅੱਜ ਤਾਈਂ ਉਹ ਵੀ ਵਾਪਸ ਨਹੀਂ ਕੀਤਾ, ਤੇ ਨਾ ਹੀ ਕਿਸੇ ਹੋਰ ਗੁਰਦੁਆਰੇ ਜਾਂ ਕਿਸੇ ਹੋਰ ਮੰਦਿਰ ਨੂੰ ਜਿਹੜਾ ਉਹ ਨਹੀਂ ਕਰ ਪਾਏ। ਅੱਜ ਸਰਕਾਰ ਨੇ, ਜਿਵੇਂ ਸਾਡੇ ਸਿੱਖ ਧਰਮ 'ਚ ਸਾਨੂੰ ਸਰਬੱਤ ਦਾ ਭਲਾ ਸਿਖਾਇਆ ਗਿਆ ਹੈਗਾ, ਅੱਜ ਅਸੀਂ ਹਰੇਕ ਧਰਮ 'ਚ, ਕੋਈ ਵੀ ਧਰਮ 'ਚ ਜਿਹੜਾ ਗਰੀਬਾਂ ਨੂੰ ਲੰਗਰ ਦੇਣ ਦਾ ਕੰਮ ਕਰੇ, ਉਹਨਾਂ ਸਾਰਿਆਂ ਦਾ ਟੈਕਸ ਮਾਫ ਹੋ ਗਿਆ ਹੈ। ਤੇ ਹੱਥ ਬੰਨ ਕੇ ਵਿਰੋਧੀਆਂ ਨੂੰ ਬੇਨਤੀ ਹੈ, ਫੇਲ ਹੋ ਗਏ, ਸਵੀਕਾਰ ਕਰ ਲਓ। ਹੁਣ ਤੁਸੀਂ ਇਸ ਗੱਲ ਨੂੰ ਚੇਂਜ ਕਰਨ ਦੇ ਪਾਸੇ ਆਪਣੇ ਆਪ ਨੂੰ ਬਚਾਵ ਕਰਦੇ, ਕਦੇ ਨਾਂ ਦੀ ਗੱਲ। ਤੁਹਾਡਾ ਲੰਗਰ ਦਾ ਨਾਂ ਤਾਂ ਕੋਈ ਨਹੀਂ ਬਦਲ ਰਿਹਾ, ਤੁਸੀਂ ਉਹਨੂੰ ਲੰਗਰ ਕਹੋ। ਹਿੰਦੂ ਉਹਨਾਂ ਨੂੰ ਭੰਡਾਰਾ ਕਹਿੰਦੇ ਨੇ। ਜਿਹੜੀ ਸਕੀਮ ਆਈ ਹੈ ਜਿਹਦੇ ਥੱਲੇ ਤੁਹਾਡਾ ਪੈਸਾ ਵਾਪਸ ਜਾਣਾ, ਉਹ ਕੇਂਦਰ ਦੀ ਸਰਕਾਰ ਜੋ ਮਰਜ਼ੀ ਉਹਨੂੰ ਕਵੇ। ਤੁਸੀਂ ਲੈਣਾ ਹੈਗਾ ਲਓ, ਤੁਸੀਂ ਨਹੀਂ ਲੈਣਾ ਨਾ ਲਓ। ਜਿਹਨੇ ਲੈਣਾ ਹੈਗਾ ਉਹ ਲਊਗਾ, ਜਿਹਨੇ ਨਹੀਂ ਲੈਣਾ ਉਹ ਨਾ ਲਓ। ਤਾਂ ਤੁਹਾਨੂੰ ਲੰਗਰ 'ਚ ਖਾਣ ਨੂੰ ਕੋਈ ਨਹੀਂ ਕਹਿੰਦਾ, ਤੇ ਤੁਹਾਨੂੰ ਨਾ 'ਚ ਕੋਈ ਬਦਲਣ ਵਾਸਤੇ ਨਾ ਤੁਹਾਡਾ ਕੁਝ ਲੈਣਾ ਦੇਣਾ। ਜਿਹੜਾ ਕੰਮ ਤੁਸੀਂ GST ਕਾਊਂਸਲ 'ਚ ਕਰ ਦਿੰਦੇ ਤੇ ਬਹੁਤ ਕੁਝ ਹੁੰਦਾ, ਉਹ ਵਹੀ ਵਿਰੋਧੀ ਰੌਲਾ ਪਾ ਰਹੇ। ਇਹਦਾ ਲੈਣਾ ਦੇਣਾ ਕੀ ਹੈਗਾ ਹਾਰਨ ਜਿੱਤਣ ਦਾ? ਇਹਦੇ ਨਾਲ ਅਸੀਂ ਇੰਨੇ ਸਾਰੇ ਸੂਬੇ ਜਿੱਤਦੇ ਵੀ ਆ ਰਹੇ ਨੇ। ਇੰਨੇ ਸੂਬੇ ਜਿੱਤਣ ਦੇ ਬਾਅਦ ਇੱਕ ਅੱਧੀ ਬਾਈ ਇਲੈਕਸ਼ਨ ਜਿੱਥੇ ਸਾਰੇ ਵਿਰੋਧੀਆਂ ਨੂੰ ਇਕੱਠੇ ਹੋ ਕੇ ਉਸ ਬਾਈ ਇਲੈਕਸ਼ਨ 'ਚ ਬੰਦਾ ਕੋਈ ਪ੍ਰਧਾਨ ਮੰਤਰੀ ਤਾਂ ਚੁਣ ਨਹੀਂ ਰਿਹਾ ਹੁੰਦਾ ਹੈਗਾ। ਉਹਨਾਂ ਨੂੰ ਆਹ ਹੁੰਦਾ ਕਿ ਸੂਬੇ 'ਚ ਜਿਹੜੀ ਸਰਕਾਰ ਹੈਗੀ, ਵਿਰੋਧੀ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਕੇ ਉਸ ਸੂਬੇ ਸਰਕਾਰ ਦੇ ਖਿਲਾਫ ਭੰਡੀ ਪ੍ਰਚਾਰ, ਜਿਵੇਂ ਇਹਨਾਂ ਨੇ ਪੰਜਾਬ 'ਚ ਕੀਤਾ ਸੀ ਸਾਡੇ ਖਿਲਾਫ, ਭੰਡੀ ਪ੍ਰਚਾਰ ਕਰਕੇ ਸਰਕਾਰ ਬਣਾ ਗਏ। ਆਹ ਵਿਰੋਧੀ ਉੱਥੇ ਕਾਮਯਾਬ ਹੋ ਗਏ ਨੇ। ਸੋ ਇਹ ਤਾਂ ਉਹਨਾਂ ਦੀ ਗੱਲ ਹੈਗੀ। ਇਹ ਗੱਲ ਸਾਲ ਸਵਾ ਸਾਲ ਤੋਂ GST ਦੇ ਜਿਸ ਦਿਨ GST ਲਾਗੂ ਹੋਈ 1 ਜੁਲਾਈ 'ਚ, 1 ਜੁਲਾਈ ਤੋਂ ਬਾਅਦ GST ਕਾਊਂਸਲ GST ਦੇ ਫੈਸਲਿਆਂ ਦੇ ਕਰਤਾ ਧਰਤਾ ਹਨ। ਹਿੰਦੁਸਤਾਨ ਦੇ ਜਿਹੜੇ ਸੈਕਟਰ 'ਚ GST ਕਾਊਂਸਲ ਦਾ ਜੋ ਵੀ ਫੈਸਲਾ ਲਿਆ ਗਿਆ ਉਹ GST ਕਾਊਂਸਲ ਨੇ ਲਿੱਤਾ। ਜਿਸ GST ਕਾਊਂਸਲ ਦੇ ਹਰ ਸੂਬੇ ਦੇ ਵਿੱਤ ਮੰਤਰੀ ਇੱਕ ਮੈਂਬਰ ਹੈਗਾ, ਤੇ ਉਹਨਾਂ ਦੇ ਵਿੱਚੋਂ ਇੱਕ ਕੇਂਦਰ ਵਿੱਤ ਮੰਤਰੀ ਵੀ ਮੈਂਬਰ ਹੈਗਾ। ਇਹਨਾਂ 29 ਮੈਂਬਰਾਂ ਨੇ GST ਦੇ ਸਾਰੇ ਫੈਸਲੇ ਲੈਣੇ ਨੇ। ਜਿੱਥੇ ਪੰਜਾਬ ਦੇ ਲੰਗਰਾਂ ਦੀ ਗੱਲ ਹੁੰਦੀ, ਇਹ ਕੋਈ ਤਮਿਲਨਾਡੂ ਜਾਂ ਵੈਸਟ ਬੰਗਾਲ ਦੀ ਸਰਕਾਰ ਨੇ ਤਾਂ ਮੁੱਦਾ ਚੱਕਣਾ ਨਹੀਂ ਸੀ। ਇਹ ਪੰਜਾਬ ਦੇ ਵਿੱਤ ਮੰਤਰੀ ਦਾ ਫੈਸਲਾ, ਉਹਦਾ ਫਰਜ਼ ਸੀਗਾ। ਸ਼ੇਰੋ ਸ਼ਾਇਰੀ ਕਰਨ ਦੇ ਬਜਾਏ ਕੁਝ ਠੋਸ ਕੰਮ ਜੇ ਕੀਤਾ ਹੁੰਦਾ, ਇਸ ਤਰ੍ਹਾਂ ਫੇਲ ਨਹੀਂ ਹੋਏ ਹੁੰਦੇ। ਜੇ ਘੱਟ ਤੋਂ ਘੱਟ ਕਰਨਾਟਕਾ 'ਚ ਇਹਨਾਂ ਦੀ ਸਰਕਾਰ ਸੀ, ਉਸ ਵਿੱਤ ਮੰਤਰੀ ਨੂੰ ਨਾਲ ਲੈ ਲੈਂਦੇ। ਇੱਕ ਤੇ ਹੋਰ ਜਿਹੜੇ ਇਹਨਾਂ ਦੇ ਭਾਈਵਾਲ ਹੁਣ ਤਾਂ ਮਹਾਗਠਬੰਧਨ ਦੇ ਕਿੰਨੇ ਇਹਨਾਂ ਦੇ ਨਾਲ ਹੈ, ਉਹਨਾਂ ਦੇ ਸਹਿਮਤੀ ਬਣਾ ਕੇ ਕੰਸੈਂਸਸ ਬਿਲਡ ਕਰਦੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ GST ਲਾਗੂ ਹੋਣ ਤੋਂ ਬਾਅਦ GST ਦਾ ਕੀ ਮਾਫ ਕਰਨਾ ਹੈ, ਕੀ ਘਟਾਉਣਾ ਹੈ, ਕੀ ਵਧਾਉਣਾ ਹੈ, ਇਹ ਸਾਰੇ ਫੈਸਲੇ GST ਕਾਊਂਸਲ ਨੇ ਲੈਣੇ ਸੀਗੇ। ਇਸ GST ਕਾਊਂਸਲ ਦੇ ਸਾਹਮਣੇ ਮੁੱਦੇ ਸਾਰੇ ਰੱਖੇ ਜਾਂਦੇ ਨੇ। ਉਸ ਕਾਊਂਸਲ ਦਾ ਹਿੱਸਾ ਸਾਰੇ ਸੂਬਿਆਂ ਦੇ ਇਕੱਲੇ ਵਿੱਤ ਮੰਤਰੀ, ਸਾਰੇ ਦੇਸ਼ ਦੇ ਸੂਬੇ ਦੇ ਵਿੱਤ ਮੰਤਰੀ ਨੇ। ਕੋਈ ਫੂਡ ਪ੍ਰੋਸੈਸਿੰਗ ਮਿਨਿਸਟਰ ਨਹੀਂ ਹੈ, ਕੋਈ ਪ੍ਰਧਾਨ ਮੰਤਰੀ ਨਹੀਂ ਹੈਗਾ। ਨਾ ਮੈਂ ਉੱਥੇ ਜਾ ਕੇ ਚੱਕ ਸਕਦੀ ਹਾਂ, ਨਾ ਮੇਰਾ ਪ੍ਰਧਾਨ ਮੰਤਰੀ ਜਾ ਕੇ ਚੱਕ ਸਕਦੇ ਨੇ। ਤੇ ਜੇ ਅਸੀਂ ਆਸ ਕਰੀਏ ਕਿ ਕੇਂਦਰ ਦੇ ਵਿੱਤ ਮੰਤਰੀ ਚੱਕਣ, ਤੇ ਕੇਂਦਰ ਦੇ ਵਿੱਤ ਮੰਤਰੀ ਨੂੰ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਫੈਸਲੇ ਚੱਕਰੇ, ਕਿਉਂਕਿ GST ਇੰਨਾ ਵੱਡਾ ਰਿਫਾਰਮ ਕਿ 18-20 ਟੈਕਸਾਂ ਇੱਕ ਹੋ ਗਈਆਂ। ਤੁਸੀਂ ਆਪ ਅੰਦਾਜ਼ਾ ਲਗਾਓ ਕਿ ਮੇਰੇ ਫੂਡ ਪ੍ਰੋਸੈਸਿੰਗ ਸੈਕਟਰ ਤੋਂ ਘੱਟ 80% ਟੈਕਸ ਅਸੀਂ ਘਟਵਾ ਕੇ 5% 'ਚ ਲੈ ਕੇ ਇੱਕ ਤੋਂ ਬਾਅਦ ਇੱਕ ਹਰ ਖੇਤਰ 'ਚ ਰਿਪਰੈਜ਼ੈਂਟੇਸ਼ਨ ਉਹ ਸੈਕਟਰ ਦੀ ਕਰਵਾਈ। ਤੇ ਵਿੱਤ ਮੰਤਰੀ ਨੂੰ ਆਹ ਕੰਮ ਹੈਗਾ ਕਿ ਪੰਜਾਬ ਦੇ ਵਿੱਤ ਮੰਤਰੀ ਜਿਹੜਾ ਵਿਹਲਾ ਬੈਠਿਆ, ਉਹਨੇ ਮੁੱਦਾ ਪੰਜਾਬ ਦਾ ਚੱਕਿਆ ਕਿਹੜਾ? GST ਕਾਊਂਸਲ 6000 ਕਰੋੜ ਰੁਪਏ ਕੇਂਦਰ ਨੇ GST ਦਾ ਇਹਨਾਂ ਨੂੰ ਐਕਸਟਰਾ ਦਿੱਤਾ, ਜਿਹੜਾ ਸਾਨੂੰ ਕਦੇ ਨਹੀਂ ਮਿਲਿਆ ਸੀਗਾ। ਤੇ ਮੁੱਦਾ ਕਿਹੜਾ ਚੱਕਿਆ ਵਿੱਤ ਮੰਤਰੀ ਨੇ? ਖਜ਼ਾਨਾ ਆਈ ਤਾਂ ਮੈਂ ਕਹਿੰਦੀ ਇਹਨਾਂ ਦਾ ਝੂਠ ਤਾਂ ਇੱਥੇ ਹੀ ਆਉਂਦਾ ਨਾ। ਝੂਠ ਜਿਵੇਂ ਹਰ ਘਰ ਨੌਕਰੀ ਤੇ 90,000 ਕਰੋੜ ਕਿਸਾਨੀ ਕਰਜ਼ਾ ਮਾਫ ਕਰਨ ਦਾ ਜਿਹੜਾ ਝੂਠ ਸੀ, ਅੱਜ ਖਜ਼ਾਨਾ ਖਾਲੀ। ਤੇ ਆંકੜੇ ਕੱਢ ਲਓ, ਉਹ ਤਾਂ ਆંકੜੇ ਹੈਗਾ ਕਿ ਪਿਛਲੇ ਸਾਲ ਵੀ ਕੇਂਦਰ ਦੀ ਸਰਕਾਰ ਨੇ ਜਿਹੜਾ 42% ਕੇਂਦਰ ਦੇ ਖਜ਼ਾਨੇ 'ਚੋਂ ਪੈਸਾ ਜਾਂਦਾ ਹੈ, ਉਹ ਪੰਜਾਬ ਦੀ ਕੋਈ ਵੀ ਸਰਕਾਰ ਹੈ ਉਹ ਖਜ਼ਾਨੇ 'ਚ ਉਹ ਵੀ ਗਿਆ। ਪਿਛਲੇ ਸਾਲ ਵੀ ਗਿਆ, ਇਸ ਸਾਲ ਵੀ ਗਿਆ। ਇਸ ਸਾਲ ਉਸ 42% ਦੇ ਨਾਲ 6000 ਕਰੋੜ ਐਕਸਟਰਾ, ਜਿਹੜਾ ਕਦੇ ਪੰਜਾਬ ਨੂੰ ਪਹਿਲੇ ਨਹੀਂ ਗਿਆ ਸੀ, ਉਹ ਐਕਸਟਰਾ ਵੀ ਗਿਆ ਹੈਗਾ।
ਲੇਕਿਨ ਜੇ ਇਹਨਾਂ ਦੇ ਰੇਤਿਆਂ ਦੇ ਖੱਡਿਆਂ 'ਚ ਲੁੱਟ ਚੱਲੂਗਾ, ਇਹਨਾਂ ਦੇ ਰਿਸ਼ਤੇਦਾਰ ਗੁੰਡਾ ਟੈਕਸ ਤੇ ਫਲਾਂ ਟੈਕਸ ਕਰਕੇ ਲੁੱਟ ਕੇ ਲੋਕਾਂ ਨੂੰ ਖਾਈ ਤੁਰੀ ਜਾਣਗੇ, ਉਹਨਾਂ ਦਾ ਖਜ਼ਾਨਾ ਫਿਰ ਖਜ਼ਾਨਾ ਤਾਂ ਲੋਕਾਂ ਵਾਸਤੇ ਹਮੇਸ਼ਾ ਹੀ ਖਾਲੀ ਹੋਊਗਾ, ਕਿਉਂਕਿ ਕਾਂਗਰਸ ਜਿਵੇਂ ਕੇਂਦਰ ਦਾ ਖਜ਼ਾਨਾ ਲੁੱਟਣ 'ਚ ਲੱਗੀ ਸੀ, ਹੁਣ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਲੱਗੀ ਹੈ। ਤੇ ਇਹਨਾਂ ਦੇ ਢਿੱਡ 'ਚ ਪੀੜ ਕਿਉਂ ਹੋ ਰਿਹਾ ਹੈਗਾ? ਜੇ ਇੱਕ ਨਵੀਂ ਯੋਜਨਾ ਬਣ ਕੇ ਲੰਗਰ ਦਾ ਜਿਹੜਾ GST ਉਹ ਵਾਪਸ ਹੋ ਰਿਹਾ ਹੈਗਾ, ਜਿਹੜੀ ਚੀਜ਼ 'ਚ ਆਪ ਫੇਲ ਹੋ ਗਏ, ਜਦ ਸ਼੍ਰੋਮਣੀ ਅਕਾਲੀ ਦਲ ਨੇ ਕਰ ਦਿਖਾਇਆ ਤੇ ਇਹਨਾਂ ਦੇ ਢਿੱਡ 'ਚ ਤੇ ਇਹਨਾਂ ਦੇ ਸਹਿਯੋਗੀਆਂ ਦੇ ਤੇ ਕੌਮ ਦੇ ਦੋਖੀਆਂ ਨੇ, ਜਿਨ੍ਹਾਂ ਨੇ ਦਰਬਾਰ ਸਾਹਿਬ 'ਚ ਹਮਲੇ ਕਰਕੇ, ਅਕਾਲ ਤਖਤ ਸਾਹਿਬ 'ਚ ਹਮਲੇ ਕਰਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲੇ ਕਰਕੇ, ਹਜ਼ਾਰਾਂ ਸਿੱਖਾਂ ਦੇ ਕਤਲੇਆਮ ਕਰਕੇ, ਜਿਨ੍ਹਾਂ ਦਾ ਇਤਿਹਾਸ ਆ ਹੈਗਾ, ਅੱਜ ਲੰਗਰ ਦਾ GST ਮਾਫ ਸ਼੍ਰੋਮਣੀ ਅਕਾਲੀ ਦਲ ਕਰ ਗਈ। ਤੇ ਕਿਉਂ ਇਹਦੇ ਬਾਰੇ ਬੋਲਤੀ ਖੁੱਲਦੀ ਤਾਂ ਬਾਕੀ ਚੀਜ਼ਾਂ ਵਾਸਤੇ ਇਹਨਾਂ ਦੀ ਜ਼ੁਬਾਨਾਂ 'ਚ ਤਾਲੇ ਲੱਗੇ ਹੋਏ ਨੇ। ਇਸ ਵਕਤ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਕੀਤੀ ਜਾ ਰਹੀ ਹੈ ਰਾਹਤ ਉੱਤੇ ਸਿਆਸਤ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਰਾਹਤ ਤੇ ਸਿਆਸਤ ਦੀ। GST ਲਾਗੂ ਹੋਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਵਿਖੇ ਲੰਗਰ ਤਿਆਰ ਕਰਨ ਲਈ ਇਸਤੇਮਾਲ ਹੋਣ ਵਾਲੀ ਖਾਦ ਸਮੱਗਰੀ ਮਹਿੰਗੀ ਹੋਈ ਤਾਂ ਸ਼ਰਧਾਲੂਆਂ ਵੱਲੋਂ GST ਮੁਆਫ ਕੀਤੇ ਜਾਣ ਦੀ ਮੰਗ ਉੱਠੀ, ਜਿਸ ਤੇ ਪੰਜਾਬ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਪਰ ਜਦੋਂ ਇਹੀ ਮੰਗ ਕੇਂਦਰ ਸਰਕਾਰ ਕੋਲ ਪਹੁੰਚੀ ਅਤੇ ਉਸ ਨੂੰ ਪੂਰਾ ਕਰ ਲਿਆ ਗਿਆ ਤਾਂ ਸਵਾਲ ਚੁੱਕੇ ਜਾਣੇ ਸ਼ੁਰੂ ਹੋ ਗਏ, ਜਿਸ ਨੇ ਪੰਜਾਬ ਸਰਕਾਰ ਦੀ ਨੀਅਤ ਤੇ ਹੀ ਸਵਾਲ ਖੜੇ ਕਰ ਦਿੱਤੇ ਨੇ। ਗੁਰਦੁਆਰਾ ਸਾਹਿਬਾਨਾਂ ਵਿੱਚ ਵਰਤਾਏ ਜਾਂਦੇ ਲੰਗਰ ਤੇ GST ਮੁਆਫ ਕਰਨ ਦੀ ਉੱਠੀ ਮੰਗ ਦਾ ਅਸਰ ਇਸ ਕਦਰ ਹੋਇਆ ਕਿ ਕੇਂਦਰ ਸਰਕਾਰ ਨੂੰ ਹਰ ਧਾਰਮਿਕ ਅਦਾਰੇ ਵਿੱਚ ਸੰਗਤ ਨੂੰ ਖਵਾਏ ਜਾਂਦੇ ਭੋਜਨ ਦੀ ਸਮੱਗਰੀ ਨੂੰ GST ਤੋਂ ਮੁਕਤ ਕਰਨ ਦਾ ਫੈਸਲਾ ਲੈਣਾ ਪਿਆ। ਹੁਣ ਕਿਉਂਕਿ ਇਸ ਯੋਜਨਾ ਦਾ ਲਾਹਾ ਹਰ ਧਰਮ, ਹਰ ਉਸ ਸੰਸਥਾਨ ਨੂੰ ਜੋ ਮਾਨਵਤਾ ਦੀ ਸੇਵਾ ਕਰ ਰਿਹਾ ਸੀ, ਉਸ ਨੂੰ ਮਿਲਣਾ ਸੀ, ਇਸ ਲਈ ਬਣਾਈ ਗਈ ਸੇਵਾ ਭੋਜ ਯੋਜਨਾ। ਮਕਸਦ ਇਹ ਸੀ ਕਿ ਜਨ ਸੇਵਾ ਕਰ ਰਹੇ ਧਾਰਮਿਕ ਅਦਾਰੇ ਇਸ ਸੇਵਾ ਨੂੰ ਬਗੈਰ ਕਿਸੇ ਮਾਲੀ ਘਾਟੇ ਦੇ ਜਾਰੀ ਰੱਖ ਸਕਣ। ਪਰ ਹੁਣ ਕੇਂਦਰ ਸਰਕਾਰ ਦੀ ਇਸ ਯੋਜਨਾ ਤੇ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਨੇ। ਪਹਿਲਾ ਸਵਾਲ ਕਿ ਲੰਗਰ ਦਾ ਨਾਂ ਬਦਲ ਕੇ ਸੇਵ ਭੋਜ ਯੋਜਨਾ ਕਰ ਦਿੱਤਾ ਗਿਆ। ਕੇਂਦਰ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵੱਲੋਂ ਸੇਵਾ ਭੋਜ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਦਾ ਮੰਤਵ ਲੰਗਰ ਜਾਂ ਭੰਡਾਰੇ ਰਾਹੀਂ ਚੱਲ ਰਹੀ ਸਮਾਜ ਸੇਵਾ ਨੂੰ ਜਾਰੀ ਰੱਖਣਾ ਹੈ। ਇਸ ਸੇਵਾ ਦੇ ਤਹਿਤ ਲੰਗਰ ਦੀ ਸਮੱਗਰੀ ਤੇ ਲੱਗਣ ਵਾਲਾ GST ਸਰਕਾਰ ਉਹਨਾਂ ਅਦਾਰਿਆਂ ਨੂੰ ਵਾਪਸ ਕਰੇਗੀ। ਅਜੇ ਵਿੱਚ ਇਸ ਦਾ ਲੰਗਰ ਦਾ ਨਾਂ ਬਦਲੇ ਜਾਣ ਨਾਲ ਕੋਈ ਸੰਬੰਧ ਨਹੀਂ। ਦੂਜਾ ਸਵਾਲ ਕਿ ਲੰਗਰ ਤੇ GST ਸਿਰਫ 2 ਸਾਲਾਂ ਲਈ ਮੁਆਫ ਹੋਇਆ ਜਾਂ ਹਮੇਸ਼ਾ ਲਈ। ਇਹ ਸਵਾਲ ਇਸ ਲਈ ਚੁੱਕਿਆ ਗਿਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਇਸ ਸਕੀਮ ਨੂੰ ਵਿੱਤੀ ਵਰ੍ਹੇ 2018-19 ਅਤੇ 2019-20 ਦੇ ਲਈ ਹੀ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਪਰ ਇਸ ਦੇ ਪਿੱਛੇ ਤਰਕ ਸਾਫ਼ ਹੈ ਕਿ ਇਹ ਸਕੀਮ ਸਾਲ ਦਰ ਸਾਲ ਲਾਗੂ ਰਹੇਗੀ ਅਤੇ ਇਸ ਦਾ ਬਜਟ ਹਰ ਸਾਲ ਪੇਸ਼ ਹੋਣ ਵਾਲੇ ਆਮ ਬਜਟ ਵਿੱਚ ਤੈਅ ਕੀਤਾ ਜਾਵੇਗਾ। ਜਿਵੇਂ ਕਿ ਮੌਜੂਦਾ ਵਰ੍ਹੇ ਲਈ ਸਰਕਾਰ ਨੇ 325 ਕਰੋੜ ਰੁਪਏ ਦਾ ਬਜਟ ਇਸ ਯੋਜਨਾ ਦੇ ਤਹਿਤ ਰੱਖਣ ਦਾ ਫੈਸਲਾ ਕੀਤਾ ਹੈ। ਜਿਵੇਂ ਕਿ ਹਰ ਅਦਾਰੇ, ਹਰ ਸਕੀਮ ਦਾ ਬਜਟ ਸਾਲਾਨਾ ਤੈਅ ਹੁੰਦਾ ਹੈ, ਇਸੇ ਕਰਕੇ ਇਸ ਸਕੀਮ ਦਾ ਬਜਟ ਵੀ ਉਦੋਂ ਤੋਂ ਲਾਗੂ ਕੀਤਾ ਗਿਆ ਜਦੋਂ ਤੋਂ GST ਦੇ ਦਾਇਰੇ ਵਿੱਚ ਲੰਗਰ ਸਮੱਗਰੀ ਆਈ ਸੀ ਅਤੇ ਅਗਲੇ ਸਾਲ ਦਾ ਜਦੋਂ ਫਾਈਨੈਂਸ਼ੀਅਲ ਈਅਰ ਖਤਮ ਹੋ ਰਿਹਾ ਹੈ। ਜ਼ਾਹਿਰ ਹੈ ਅਗਲੇ ਬਜਟ ਵਿੱਚ ਇਸ ਸਕੀਮ ਦੇ ਨਵੇਂ ਬਜਟ ਦਾ ਐਲਾਨ ਕੀਤਾ ਜਾਵੇਗਾ। ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਸ GST ਲਈ ਅਸੀਂ ਸਾਰਾ ਬੜੇ ਲੰਮੇ ਸਮੇਂ ਤੋਂ ਚਿੱਠੀ ਪੱਤਰ ਵੀ ਕਰਦੇ ਰਹੇ ਸੀ, ਸੰਘਰਸ਼ ਵੀ ਕਰਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਮਿਲਦੇ ਵੀ ਰਹੇ ਨੇ, ਸੰਘਰਸ਼ ਵੀ ਕੀਤਾ। ਸੋ ਮੈਂ ਸਮਝਦਾ ਸਾਡੀ ਉਹ ਸਾਰੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮੰਨ ਲਈ ਹੈ। ਸੋ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਮੈਂ ਖਾਸ ਤੌਰ 'ਤੇ ਧੰਨਵਾਦੀ ਹਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ, ਜਿਨ੍ਹਾਂ ਨੇ ਬੜੀ ਐਫਰਟਸ ਕੀਤੀ ਇਹਦੇ ਵਾਸਤੇ। ਸੋ ਇਹਦਾ ਲਾਭ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਕਰੋੜਾਂ ਦੇ ਰੁਪਏ 'ਚ ਹੋਣਾ ਔਰ ਜੀ ਉਹ ਕਰੋੜਾਂ ਰੁਪਈਆ ਅਸੀਂ ਹੋਰ ਭਲਾਈ ਸਕੀਮਾਂ ਦੇ ਵਿੱਚ ਲਾ ਸਕਾਂਗੇ। ਤੀਜਾ ਸਵਾਲ, ਇੰਨੀ ਦੇਰ ਕਿਉਂ ਲੱਗੀ ਲੰਗਰ ਨੂੰ GST ਮੁਕਤ ਕਰਵਾਉਣ ਵਿੱਚ? GST ਲਾਗੂ ਹੋਣ ਦੇ ਤਕਰੀਬਨ 1 ਸਾਲ ਬਾਅਦ ਕੇਂਦਰ ਸਰਕਾਰ ਲੰਗਰ ਨੂੰ GST ਮੁਕਤ ਕਰਵਾਉਣ ਦਾ ਫੈਸਲਾ ਕਰ ਸਕੀ। ਇਸ ਦੇ ਪਿੱਛੇ ਵੱਡੀ ਵਜ੍ਹਾ ਇਹ ਸੀ ਕਿ GST ਕੌਂਸਲ ਦੇ ਕਿਸੇ ਵੀ ਮੈਂਬਰ ਵੱਲੋਂ ਇਹ ਮੁੱਦਾ ਕੌਂਸਲ ਦੀ ਬੈਠਕ ਵਿੱਚ ਨਹੀਂ ਚੁੱਕਿਆ ਗਿਆ। ਨਾ ਹੀ ਕਦੇ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਸ਼ਰਧਾਲੂਆਂ ਦੀ ਮੰਗ ਨੂੰ ਲੈ ਕੇ ਕੇਂਦਰ ਕੋਲ ਜਾਂ GST ਕੌਂਸਲ ਕੋਲ ਕੋਈ ਪਹਿਲ ਕੀਤੀ।
ਅਜੇ ਵਿੱਚ ਕੁਝ ਨਾ ਹੁੰਦਾ ਵੇਖ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਪੱਧਰ ਤੇ ਇਸ ਕੰਮ ਨੂੰ ਪੂਰਾ ਕਰਨ ਦਾ ਅਹਿਦ ਲਿਆ ਅਤੇ ਖਜ਼ਾਨਾ ਮੰਤਰੀ ਅਰੁਣ ਜੇਟਲੀ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਇਸ ਮੰਗ ਨੂੰ ਪਹੁੰਚਾਇਆ ਗਿਆ। ਨਾਲੇ ਕਿਉਂਕਿ ਲੰਗਰ ਦੀ ਆੜ ਵਿੱਚ ਇਸ ਦਾ ਕੋਈ ਦੁਰਉਪਯੋਗ ਨਾ ਕਰ ਸਕੇ, ਇਸ ਲਈ ਜ਼ਰੂਰੀ ਸੀ ਕਿ ਕੇਂਦਰ ਸਰਕਾਰ ਕੋਈ ਅਜਿਹੀ ਸਕੀਮ ਲਿਆਉਂਦੀ ਜਿਸ ਲਈ GST ਦਾ ਲਾਹਾ ਲੰਗਰ ਤੱਕ ਪਹੁੰਚ ਸਕਦਾ। ਇਸ ਲਈ ਕਿਹਾ ਜਾ ਸਕਦਾ ਹੈ ਕਿ GST ਨੂੰ ਮਾਫ ਕਰਨ ਦੇ ਫੈਸਲੇ ਵਿੱਚ ਲੱਗਣ ਵਾਲਾ ਸਮਾਂ ਬਿਲਕੁਲ ਵਾਜਿਬ ਸੀ। ਇਹ ਉਹ ਸਵਾਲ ਨੇ ਜੋ ਆਮ ਲੋਕਾਂ ਦੇ ਮਨਾਂ ਵਿੱਚ ਸਰਕਾਰ ਦੇ ਫੈਸਲੇ ਅਤੇ ਯੋਜਨਾ ਨੂੰ ਲੈ ਕੇ ਸ਼ੰਕਾ ਪੈਦਾ ਕਰਦੇ ਨੇ। ਪਰ ਕੁਝ ਸਵਾਲ ਅਜਿਹੇ ਵੀ ਨੇ ਜੋ ਪੰਜਾਬ ਦੀ ਕਾਂਗਰਸ ਸਰਕਾਰ ਤੇ ਵੀ ਉੱਠ ਰਹੇ ਨੇ, ਜਿਵੇਂ ਕਿ ਕਾਂਗਰਸ ਸਰਕਾਰ ਲੰਗਰ ਤੇ GST ਮੁਆਫ ਕਰਨ ਵਿੱਚ ਆਪਣੇ ਤੌਰ ਤੇ ਫੇਲ ਰਹੀ। ਅਜਿਹਾ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ GST ਕੌਂਸਲ ਦੇ ਮੈਂਬਰ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਨਾ ਤਾਂ ਕੌਂਸਲ ਦੀ ਬੈਠਕ ਵਿੱਚ ਕਦੇ ਇਹ ਮੰਗ ਰੱਖੀ ਗਈ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੇਂਦਰ ਤੱਕ ਇਸ ਮੁੱਦੇ ਲਈ ਕੋਈ ਪਹੁੰਚ ਕੀਤੀ ਗਈ। ਜਦਕਿ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਦੇ ਲੰਗਰ ਉੱਤੇ GST ਹਟਾਉਣ ਦੀ ਮੰਗ ਸ਼ਰਧਾਲੂਆਂ ਵੱਲੋਂ ਚੁੱਕੀ ਗਈ ਸੀ, ਜਿਸ ਤੇ ਪੰਜਾਬ ਸਰਕਾਰ ਨੇ GST ਦਾ ਆਪਣਾ ਹਿੱਸਾ ਸਿਰਫ ਦਰਬਾਰ ਸਾਹਿਬ ਦੇ ਲੰਗਰ ਤੇ ਤਾਂ ਮੁਆਫ ਕਰ ਦਿੱਤਾ, ਪਰ ਕੇਂਦਰ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਜੇਕਰ ਇਸ ਯੋਜਨਾ ਨਾਲ ਹਰ ਧਰਮ ਦੇ ਲੰਗਰ ਤੇ GST ਮੁਆਫ ਹੋ ਰਿਹਾ ਹੈ ਤਾਂ ਇਸ ਨਾਲ ਪਰੇਸ਼ਾਨੀ ਕਿਉਂ? ਦਰਅਸਲ ਪੰਜਾਬ ਵਿੱਚ ਵਿਰੋਧੀ ਅਤੇ ਕੇਂਦਰ ਵਿੱਚ ਸਰਕਾਰ ਦੀ ਭਾਈਵਾਲ ਪਾਰਟੀ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਕਰਕੇ ਹੀ ਲੰਗਰ ਨੂੰ GST ਤੋਂ ਮੁਕਤ ਕਰਵਾਉਣਾ ਮੁਮਕਿਨ ਹੋ ਸਕਿਆ ਹੈ। ਅਜੇ ਵਿੱਚ ਕਾਂਗਰਸ ਦੇ ਨੁਮਾਇੰਦਿਆਂ ਦਾ ਇਸ ਤੇ ਸਵਾਲ ਚੁੱਕਣਾ ਸਾਫ਼ ਕਰਦਾ ਹੈ ਕਿ ਇਸ ਮਾਮਲੇ ਨੂੰ ਸਿਆਸਤ ਨਾਲ ਜੋੜ ਕੇ ਜ਼ਿਆਦਾ ਵੇਖਿਆ ਜਾ ਰਿਹਾ ਹੈ। ਬਿਊਰੋ ਰਿਪੋਰਟ PTC ਨਿਊਜ਼। GST ਮੁਕਤ ਲੰਗਰ ਤੇ ਹੁਣ ਭਾਵੇਂ ਹੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹੋਣ, ਪਰ ਇਸ ਮੁਹਿੰਮ ਨੂੰ ਅੰਜਾਮ ਤੱਕ ਲਿਜਾਣਾ ਇੰਨਾ ਸੌਖਾ ਨਹੀਂ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸ ਤਰ੍ਹਾਂ ਲੜੀ ਇਹ ਜੰਗ, ਵੇਖਦੇ ਹਾਂ ਇਸ ਰਿਪੋਰਟ 'ਚ। कि हमने वैट माफ कर दिया है दरबार साहब का। एक गुरुद्वारा साहब का किया था जब बादल साहब ने तीनों तख्तों के और दुर्गाना मंदिर के सबका माफ किया था। एक तख्त का माफ करके कहा आप करवा लो सेंटर से। आज मुझे मान है कि आज हमारी कौम ने, हमारी पार्टी ने, श्रोमणी अकाली दल ने परमात्मा की कृपा से पूरे देश भर में हर एक कम्युनिटी का
ये सेंट्रल एक्साइज टैक्स पहली बार ही हिंदुस्तान के इतिहास में माफ करवा दिया है। ਤਕਰੀਬਨ 1 ਸਾਲ ਤੱਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਕਰਕੇ ਹੀ ਕੇਂਦਰ ਸਰਕਾਰ ਹੁਣੇ ਵੱਡਾ ਫੈਸਲਾ ਲੈਣ ਲਈ ਮਜਬੂਰ ਹੋ ਸਕੀ ਅਤੇ ਇਹ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਗੁਰੂਆਂ ਦਾ ਧੰਨਵਾਦ ਕੀਤਾ। ਹਰਸਿਮਰਤ ਕੌਰ ਬਾਦਲ ਦੀ ਇਹ ਜਿੱਤ ਇਸ ਲਈ ਵੀ ਹੋਰ ਵੱਡੀ ਹੋ ਜਾਂਦੀ ਹੈ ਕਿਉਂਕਿ ਇਸ ਦਾ ਲਾਹਾ ਹੁਣ ਸਿਰਫ ਸਿੱਖ ਧਰਮ ਦੇ ਲੋਕਾਂ ਨੂੰ ਨਹੀਂ ਸਗੋਂ ਹਰ ਧਰਮ ਦੇ ਲੋਕਾਂ ਨੂੰ ਹੋਵੇਗਾ। सेवा भोज योजना और इस योजना के तहत अब जितने भी ऐसे चैरिटेबल इंस्टीट्यूशंस हैं जो गरीबों को हो या किसी को भी देश भर में मुफ्त लंगर खिलाने का काम करते हैं, आज लंगर पे कोई टैक्स नहीं लगाया जाएगा केंद्र की सरकार की तरफ से। तो मैं प्रधानमंत्री जी का और अमित शाह जी का दोनों का बहुत बहुत इस बारे में शुक्राना करती हूँ। ਕੇਂਦਰ ਸਰਕਾਰ ਨੇ ਲੰਗਰ ਨੂੰ GST ਮੁਕਤ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰ ਸੂਬੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਲਾਗੂ ਕਰਦੇ ਨੇ ਅਤੇ ਕੀ ਉਹ GST ਤੋਂ ਮਿਲਣ ਵਾਲਾ ਆਪਣਾ ਹਿੱਸਾ ਵੀ ਮੋਦੀ ਸਰਕਾਰ ਵਾਂਗ ਮਨੁੱਖਤਾ ਦੀ ਸੇਵਾ ਲਈ ਛੱਡਣਗੇ। ਜਸਮੀਤ ਸਿੰਘ, PTC ਨਿਊਜ਼, ਦਿੱਲੀ। ਖਬਰ ਖਾਸ ਵਿੱਚ ਅੱਜ ਲਈ ਇੰਨਾ ਹੀ। ਤੁਸੀਂ ਵੇਖਦੇ ਰਹੋ PTC ਨਿਊਜ਼।